ਜਦੋਂ ਇਦਾਂ ਦੇ ਕਰੈਕਟਰਸ ਤੁਸੀਂ ਇਦਾਂ ਦੀ ਚੀਜ਼ਾਂ ਤੋੜ ਕੇ ਕਰੈਕਟਰਸ ਕਰਦੇ ਹੋ, ਖੁਦ ਦੇ ਵਿੱਚ ਕਿੰਨਾ ਕੌਨਫੀਡੈਂਸ ਵੱਧਦਾ ਹੈ ਸਭ? ਮੈਂ ਬਾਲੀਵੁੱਡ ਦੇ ਵਿੱਚ ਕਾਫੀ ਸੀਰੀਜ਼ ਦੇਖੀਆਂ ਹਨਾ, ਦਿੱਲੀ ਕ੍ਰਾਈਮ ਦੇਖਿਆ, ਮੈਂ ਤਬੂ ਮੈਮ ਨੂੰ ਦੇਖਿਆ। ਸੋ ਮੈਨੂੰ ਇਹ ਸੀਗਾ ਕਿ ਮੈਂ ਉਹਨਾਂ ਤੋਂ ਇੰਸਪਾਇਰਡ ਹੋ ਕੇ ਆਪਣੇ ਕਰੈਕਟਰ ਦੇ ਵਿੱਚ ਕੀ ਚੀਜ਼ਾਂ ਲੈ ਕੇ ਆ ਸਕਦੀ ਹਾਂ। ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਗੁਰਨਾਜ਼ ਭੁੱਲਰ ਨੂੰ ਇੱਦਾਂ ਦਾ ਕਰੈਕਟਰ ਬਣਾਵਾਂ ਕਿ ਲੋਕੀ ਉਹਨੂੰ ਯਾਦ ਰੱਖਣ। ਸਿਰਫ ਇੱਕ ਟੇਕ ਦੇ ਵਿੱਚ ਆਪਾਂ ਉਹ ਸੀਨ ਕੀਤਾ ਹੈ ਐਂਡ ਮੈਂ ਸਰ ਨੂੰ ਕਿਹਾ ਸੀਗਾ ਕਿ ਸਰ ਇੱਕ ਟੇਕ ਹੀ ਕਰਾਂਗੇ। हाँ सर, एक टेक ही करांगे और मैं अपना बेस्ट दूंगी। तो आप एक टेक दे विच ही वो करता से पहला भी चाहती सी कि मैं वैब सीरीज़ करनी ही करनी है, क्योंकि मैनू सिर्फ फिल्मां नहीं करनियां, मैनू वैब सीरीज़ डार्क सिनेमा भी करना है। क्योंकि देखो मैं एक्टर हाँ, मैं एक्ट्रेस हाँ, ठीक है, मैं कलाकार हाँ। सो कलाकार नूं इस चीज़ की भुख हुंदी है कि मैं वखरे वखरे करैक्टर करने हैं। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਨੇਹਾ ਮਨਹਾਸ। ਸੋ ਅੱਜ ਅਸੀਂ ਸਾਵਨ ਰੂਪੋਵਾਲੀ ਨਾਲ ਗੱਲਬਾਤ ਕਰਨ ਲਈ ਇੱਥੇ ਪਹੁੰਚੇ ਹੋਏ ਹਾਂ ਐਂਡ ਸਾਵਨ ਦਾ ਇੱਕ ਹਾਲੇ ਦੇ ਵਿੱਚ ਹੈ ਨਾ ਵੈਬ ਸੀਰੀਜ਼ ਆਉਣ ਵਾਲੀ ਹੈ। ਤੇ ਟ੍ਰੇਲਰ ਜਦੋਂ ਮੈਂ ਦੇਖਿਆ ਸ਼ਾਹੀ ਮਾਜਰਾ ਦਾ ਤਾਂ ਮੈਂ ਕਿਹਾ ਯਾਰ ਇੰਨੀ ਪਿਆਰੀ ਜੀ ਸਾਵਨ, ਇੰਨੀ ਧਾਕੜ ਜੀ ਜਿਹੜੀ ਪੁਲਿਸ ਵਾਲੀ ਬਣ ਗਈ ਹੈ ਨਾ, ਤੇ ਉੱਪਰੋਂ ਜਿਹੜੇ ਡਾਇਲੋਗ ਮਾਰੇ ਹੋਏ ਹੈ ਤੇ ਜਿਹੜੀ ਇੱਕ ਗੁੱਸੇ 'ਚ ਆ ਕੇ ਗਾਲ ਕੱਢੀ ਹੈ ਨਾ, ਬੜੀ ਜੱਚ ਰਹੀ ਹੈ ਮੂੰਹ ਤੇ ਸਾਵਨ ਦੇ। ਸਾਵਨ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਨੇਹਾ। ਵੈਸੇ ਤਾਂ ਕਹਿੰਦੇ ਕਿ ਗਾਲਾਂ ਨੂੰ ਜ਼ਿਆਦਾ ਪ੍ਰਮੋਟ ਨਹੀਂ ਕਰਨਾ ਚਾਹੀਦਾ ਨਾ, ਪਰ ਮੈਂ ਕਿਹਾ ਕਿ ਗਾਲ ਮੂੰਹੋਂ ਜੱਚੀ ਬੜੀ ਹੈ ਨਾ। ਪਰ ਉਹ ਜਿਹੜਾ ਪੂਰਾ ਰੋਬ ਹੈ ਇੱਕ ਗੁਰਨਾਜ਼ ਭੁੱਲਰ ਦਾ ਤੁਸੀਂ ਹੈ ਨਾ ਕਰੈਕਟਰ ਪਲੇ ਕੀਤਾ ਹੈ, ਔਰ ਉਹ ਗੁਰਨਾਜ਼ ਦੇ ਕਰੈਕਟਰ 'ਚ ਪੂਰੇ ਫੱਬ ਰਹੇ ਹੋ। ਮੈਨੂੰ ਲੱਗਦਾ ਉਹਦੇ 'ਤੇ ਮਿਹਨਤ ਵੀ ਤੁਸੀਂ ਬਹੁਤ ਕੀਤੀ ਹੈ। ਜੀ ਆਫਕੋਰਸ, ਤੁਸੀਂ ਮੈਂ ਜਿਹੜੀ ਗੱਲ ਕਹੀ ਹੈ ਕਿ ਇੰਨੀ ਪਿਆਰੀ ਜੀ ਸਾਵਨ, ਥੈਂਕ ਯੂ ਸੋ ਮਚ ਉਹ ਗੱਲ ਕਹਿਣ ਲਈ। ਮੈਂ ਰੀਅਲ ਲਾਈਫ ਦੇ ਵਿੱਚ ਕਦੇ ਵੀ ਇੱਦਾਂ ਦੀ ਕਰੈਕਟਰ ਨਹੀਂ ਕੀਤਾ। ਈਵਨ ਇੰਨਾ ਬੋਲਡ ਉਹਦੇ ਵਿੱਚ ਸਾਨੂੰ ਗਾਲਾਂ ਵੀ ਕੱਢਣੀਆਂ ਪਈਆਂ, ਜਿਹੜੀ ਉਹ ਸਾਰੀਆਂ ਚੀਜ਼ਾਂ ਉਹ ਮੈਂ ਕਦੇ ਵੀ ਲਾਈਫ ਦੇ ਵਿੱਚ ਇਹ ਚੀਜ਼ਾਂ ਨਹੀਂ। ਆਈ ਐਮ ਵੈਰੀ ਸੌਫਟ, ਬੜੀ ਨੋਰਮਲ ਜੀ ਕੁੜੀ ਹਾਂ। ਬਟ ਯੈਸ, ਮੈਨੂੰ ਮਜ਼ਾ ਆਇਆ ਕਿ ਮੈਂ ਆਪਣੀ ਪਰਸਨੈਲਿਟੀ ਨੂੰ ਤੋੜ ਕੇ ਉਹ ਕਰੈਕਟਰ ਕਰਨ ਦੀ ਕੋਸ਼ਿਸ਼ ਕੀਤੀ ਹੈ SHO ਗੁਰਨਾਜ਼ ਭੁੱਲਰ ਦੀ। ਜਦੋਂ ਇਦਾਂ ਦੇ ਸਟੀਰੀਓਟਾਈਪਸ ਕਰੈਕਟਰ ਮਤਲਬ ਇੱਕ ਬਣਾਏ ਹੁੰਦੇ ਆ ਨਾ ਸੋਸਾਇਟੀ ਵੱਲੋਂ ਕਿ ਕੁੜੀ ਹੈ ਤੇ ਕੁੜੀ ਐਵੇਂ ਗਾਲ ਕੱਢ ਨਹੀਂ ਕਰ ਸਕਦੀ, ਚਾਹੇ ਉਹ ਪੁਲਿਸ ਵਾਲੀ ਹੈ ਨਾ। ਜਦੋਂ ਇਦਾਂ ਦੇ ਕਰੈਕਟਰਸ ਤੁਸੀਂ ਇਦਾਂ ਦੀ ਚੀਜ਼ਾਂ ਤੋੜ ਕੇ ਕਰੈਕਟਰਸ ਕਰਦੇ ਹੋ, ਖੁਦ ਦੇ ਵਿੱਚ ਕਿੰਨਾ ਕੌਨਫੀਡੈਂਸ ਵੱਧਦਾ ਹੈ ਸਾਵਨ? ਤੁਸੀਂ ਇਹ ਗੱਲ ਕਹੀ ਹੈ ਜਿਵੇਂ ਕਿ ਮਤਲਬ ਕਿ ਪੁਲਿਸ ਵਾਲੇ ਆ ਅਤੇ ਉਹ ਕੁੜੀ ਆ ਅਤੇ ਉਹ ਗਾਲ ਨਹੀਂ ਕੱਢ ਸਕਦੀ। ਮਤਲਬ ਗਾਲ ਨੂੰ ਤੁਸੀਂ ਕਿੱਦਾਂ ਲੈ ਰਹੇ ਹੋ? ਪਹਿਲੀ ਗੱਲ ਤਾਂ ਇਹ ਹੈ ਕਿ ਗਾਲ ਕੀ ਹੈ, ਸਿਚੁਏਸ਼ਨ ਕੀ ਹੈ, ਗਾਲ ਕੀ ਹੈ, ਗਾਲ ਕਿਉਂ ਬਣਾਈ ਗਈ ਹੈ, ਉਸ ਚੀਜ਼ ਬਾਰੇ ਨਹੀਂ ਅਸੀਂ ਸੋਚਦੇ। ਜੋ ਲੋਕ ਬੋਲਦੇ ਆ ਭੇਡ ਚਾਲ 'ਚ ਬਸ ਕਿ ਠੀਕ ਹੈ ਜੀ ਉਹਨੇ ਗਾਲ ਕੱਢਤੀ ਜੀ, ਉਹ ਤਾਂ ਗਲਤ ਹੋ ਗਿਆ ਜੀ, ਉਹ ਤਾਂ ਇੱਦਾਂ ਹੋ ਗਿਆ ਜੀ, ਉੱਦਾਂ ਹੋ ਗਿਆ। ਬਟ ਮੈਨੂੰ ਇਹ ਲੱਗਦਾ ਕਿ ਡਿਪਾਰਟਮੈਂਟ ਹੁਣ SHO ਦਾ ਕਰੈਕਟਰ ਆ, ਪੁਲਿਸ ਵਾਲੇ ਦਾ ਕਰੈਕਟਰ ਆ, ਸਾਹਮਣੇ ਤੁਹਾਡਾ ਮੁਜਰਿਮ ਆ, ਤੁਸੀਂ ਉਹਨੂੰ ਪਿਆਰ ਤਾਂ ਨਹੀਂ ਕਰੋਗੇ ਨਾ। ਹਾਂ ਬੇਟਾ ਜੀ ਦੱਸੋ ਤੁਸੀਂ ਗਲਤੀ ਕੀਤੀ, ਤੁਸੀਂ ਕਿਉਂ ਕੀਤੀ, ਤੁਸੀਂ ਉਹਨੂੰ ਲਾਂਤਾ ਹੀ ਪਾਓਗੇ ਨਾ, ਤੁਸੀਂ ਉਹਨੂੰ ਗਲਤ ਹੀ ਕਹੋਗੇ ਨਾ। ਤੇ ਬਾਕੀ ਰਹੀ ਗੱਲ ਇਹ ਕਿ ਉਹ ਇੱਕ ਲੇਡੀ ਨੇ ਜਾਂ ਇੱਕ ਪੁਲਿਸ ਵਾਲੀ ਨੇ, ਕੁੜੀ ਨੇ ਗੱਲ ਕੱਢੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਉੱਥੇ ਤੁਹਾਨੂੰ ਇਹ ਦੇਖਣਾ ਚਾਹੀਦਾ ਕਿ ਉਹ ਕੁੜੀ ਨੇ ਗੱਲ ਕੱਢੀ ਹੈ ਜਾਂ ਮੁੰਡੇ ਨੇ ਗੱਲ ਕੱਢੀ ਹੈ। ਤੁਹਾਨੂੰ ਉੱਥੇ ਇਹ ਦੇਖਣਾ ਚਾਹੀਦਾ ਕਿ ਉੱਥੇ ਉਸ ਡਿਪਾਰਟਮੈਂਟ ਦਾ ਜੋ ਡੈਜ਼ਿਗਨੇਸ਼ਨ ਹੈ, ਉਸ ਚੀਜ਼ ਨੇ ਜੋ ਗਲਤ ਹੋਇਆ ਹੈ, ਉਸ ਚੀਜ਼ ਨੂੰ ਗਲਤ ਆਖਿਆ ਹੈ। ਸੋ ਮੈਨੂੰ ਇਹ ਲੱਗਦਾ ਜੋ ਤੁਸੀਂ ਸੀਰੀਜ਼ ਦੇਖੋਗੇ ਫਿਰ ਤੁਹਾਨੂੰ ਪਤਾ ਲੱਗਾ, ਫਿਰ ਜਿਹੜਾ ਦੇਖੂਗਾ ਨਾ ਉਹ ਵੀ ਮਨ 'ਚ ਗਾਲ ਕੱਢੂਗਾ। ਜਦੋਂ ਸਾਵਨ ਨਾ ਹੋ ਕੇ ਗੁਰਨਾਜ਼ ਭੁੱਲਰ ਦਾ ਕਰੈਕਟਰ ਪਲੇ ਕਰ ਰਹੀ ਸੀ ਹੈ ਨਾ, ਬਹੁਤ ਚੀਜ਼ਾਂ ਅਸੀਂ ਸਾਵਨ ਪਹਿਲੇ ਵੀ ਮਿਲਦੇ ਰਹੇ ਹਾਂ ਰਾਈਟ। ਸਾਵਨ ਬਿਲਕੁਲ ਉੱਦਾਂ ਦੀ ਨਹੀਂ ਹੈ ਕਿ ਬੜੀ ਮਤਲਬ ਐਸ਼ 'ਚ ਜਾ ਰਹੀ ਹੈ ਨਾ, ਧਾਕੜ ਜੀ ਨਾ ਜਾ ਰਹੀ ਹੈ ਕਿਤੇ ਹੈ ਨਾ, ਐਵੇਂ ਕਿਸੇ ਨੂੰ ਮਤਲਬ ਜਿੱਥੇ ਉਹਨੂੰ ਗੁੱਸਾ ਆ ਰਿਹਾ ਉਹ ਕੱਢ ਰਹੀ ਹੈ ਨਾ। ਸਾਵਨ ਬੜੀ ਸੌਫਟ ਜੀ ਹੈ। ਸੋ ਇਹ ਤੌਰ ਚਾਲ ਢਾਲ ਕਹਿ ਲਈਏ ਜਾਂ ਫਿਰ ਉਸ ਰੰਗ ਦੇ ਵਿੱਚ, ਉਸ ਕਰੈਕਟਰ ਦੇ ਵਿੱਚ ਆਉਣ ਵਿੱਚ ਕਿੰਨਾ ਟਾਈਮ ਲੱਗਿਆ ਸਾਵਨ? ਬਹੁਤ ਟਾਈਮ ਦਿੱਤਾ ਮੈਂ ਇਸ ਕਰੈਕਟਰ ਨੂੰ, ਕਿਉਂਕਿ ਮੈਨੂੰ ਚੰਗਾ ਲੱਗਦਾ ਕਿ ਮੈਂ ਕਰੈਕਟਰ ਨੂੰ ਟਾਈਮ ਦੇ ਕੇ ਉਸ ਚੀਜ਼ ਨੂੰ ਪਰਫੋਰਮ ਕਰਾਂ। ਮੈਂ ਬਾਲੀਵੁੱਡ ਦੇ ਵਿੱਚ ਕਾਫੀ ਸੀਰੀਜ਼ ਦੇਖੀਆਂ ਹੈ ਨਾ, ਦਿੱਲੀ ਕ੍ਰਾਈਮ ਦੇਖਿਆ, ਮੈਂ ਤਬੂ ਮੈਮ ਨੂੰ ਦੇਖਿਆ। ਸੋ ਮੈਨੂੰ ਇਹ ਸੀਗਾ ਕਿ ਮੈਂ ਉਹਨਾਂ ਤੋਂ ਇੰਸਪਾਇਰਡ ਹੋ ਕੇ ਆਪਣੇ ਕਰੈਕਟਰ ਦੇ ਵਿੱਚ ਕੀ ਚੀਜ਼ਾਂ ਲੈ ਕੇ ਆ ਸਕਦੀ ਹਾਂ। ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਗੁਰਨਾਜ਼ ਭੁੱਲਰ ਨੂੰ ਇੱਦਾਂ ਦਾ ਕਰੈਕਟਰ ਬਣਾਵਾਂ ਕਿ ਲੋਕੀ ਉਹਨੂੰ ਯਾਦ ਰੱਖਣ। ਸੋ ਕੱਲ੍ਹ ਨੂੰ ਕੁਛ ਹੋਰ ਵੀ ਬਣੇ ਅਤੇ ਉਹ ਕਰੈਕਟਰ ਐਗਜ਼ਾਮਪਲ ਬਣੇ। ਜਦੋਂ ਇਸ ਕਰੈਕਟਰ 'ਤੇ ਜਾਂ ਇਸ ਪ੍ਰੋਜੈਕਟ 'ਤੇ ਇੰਨੀ ਮਿਹਨਤ ਕਰ ਰਹੇ ਸੀ, ਕੁਛ ਟਾਈਮ ਲਈ ਓਬਵੀਅਸਲੀ ਸਾਨੂੰ ਰੁਕਣਾ ਪੈਂਦਾ ਹੈ ਨਾ, ਕਿ ਜਦੋਂ ਲੋਕੀ ਸਾਡਾ ਕੰਮ ਦੇਖਣ, ਫਾਈਨਲੀ ਜਦੋਂ ਉਹ ਸਾਰਾ ਫਿਨਿਸ਼ ਹੋ ਕੇ ਆਵੇ ਹੈ ਨਾ। ਇੰਨੇ ਟਾਈਮ ਦੇ ਵਿੱਚ ਲੋਕੀ ਪੁੱਛਦੇ ਸੀ ਸਾਵਨ ਕੀ ਕਰ ਰਹੀ ਹੈ ਅੱਜ ਕੱਲ੍ਹ, ਜਾਂ ਸਾਵਨ ਕਿੱਥੇ ਹੈ ਅੱਜ ਕੱਲ੍ਹ, ਦਿਖ ਨਹੀਂ ਰਹੀ ਹੈ ਤੂੰ ਸਕਰੀਨ 'ਤੇ ਹੈ ਨਾ, ਇਹ ਚੀਜ਼ਾਂ ਵੀ ਪੁੱਛਦੇ ਰਹੇ?
ਹਾਂਜੀ, ਕਿਉਂਕਿ ਵੈਬ ਸੀਰੀਜ਼ ਨੂੰ ਸ਼ੂਟ ਹੋਏ ਨੂੰ 1 ਸਾਲ ਹੋ ਚੁੱਕਿਆ ਹੈ। ਸੋ ਵਿੱਚ ਆਫ ਕੋਰਸ ਮੈਨੂੰ ਬਹੁਤ ਇੱਦਾਂ ਦੇ ਮੈਸੇजेस, ਕਾਲ, ਕੋਲੀਗਸ, ਇੰਡਸਟਰੀ ਤੋਂ ਲੋਕ ਕਿ ਸਾਵਨ ਕੀ ਆ ਰਿਹਾ ਹੈ। ਇਹ ਤਾਂ ਚਲੋ ਦੱਸ ਹੀ ਦਿੰਦੇ ਸੀਗੇ ਕਿ ਸੀਰੀਜ਼ ਆ ਰਹੀ, ਕਿਉਂਕਿ ਅਨਾਊਂਸ ਕਰ ਦਿੱਤਾ ਸੀਗਾ, ਬਟ ਉਹ ਸਬਰ ਸੀਗਾ ਬਹੁਤ। ਔਰ ਮੈਨੂੰ ਪਤਾ ਸੀਗਾ, ਮੈਂ ਪ੍ਰੀਪੇਅਰਡ ਸੀਗੀ ਕਿ ਲੋਕੀ ਇਸ ਚੀਜ਼ ਨੂੰ ਪਸੰਦ, ਕਿਉਂਕਿ ਐਜ਼ ਐਨ ਆਡੀਅנס ਵੀ ਮੈਂ ਉਸ ਚੀਜ਼ ਨੂੰ ਦੇਖਦੀ ਹਾਂ, ਸਿਰਫ ਇਹ ਨਹੀਂ ਦੇਖਦੀ ਕਿ ਮੈਂ ਇਕੱਲੀ ਨੇ ਵਿੱਚ ਕੀ ਪਰਫਾਰਮ ਕੀਤਾ ਹੈ। ਜਦੋਂ ਆਪਾਂ ਓਵਰਆਲ ਪ੍ਰੋਜੈਕਟ ਨੂੰ ਦੇਖਦੇ ਹਾਂ, ਸੋ ਤੁਹਾਨੂੰ ਇੰਨਾ ਕੁ ਐਕਸਪੀਰੀਅੰਸ ਹੋ ਜਾਂਦਾ ਕਿ ਤੁਸੀਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸ਼ੋਰ ਹੋ ਜਾਂਦੇ ਹੋ ਕਿ ਯੈਸ ਇਹ ਚੀਜ਼ ਵਰਕ ਕਰੂਗੀ। ਸੋ ਮੈਂ ਚੁੱਪ ਸੀ, ਮੈਨੂੰ ਇਹ ਸੀਗਾ ਕਿ ਕੰਮ ਬੋਲੇਗਾ। ਤੋ ਤੁਸੀਂ ਤਾਰੀਫ ਕਰ ਰਹੇ ਹੋ, ਅਸੀਂ ਇਹਨਾਂ ਚੀਜ਼ਾਂ ਦੀ ਵੇਟ ਕਰ ਰਹੇ ਸੀਗੇ ਕਿ ਲੋਕੀ ਪਸੰਦ ਕਰਨ ਸਾਡੀ ਚੀਜ਼ ਨੂੰ, ਅਸੀਂ ਮਿਹਨਤ ਲਾ ਕੇ ਬਣਾਈ ਹੈ। ਦੱਸ ਰਹੇ ਸੀ ਕਿ ਗੁਰਨਾਜ਼ ਦਾ ਕਰੈਕਟ ਕਰਨ ਲਈ ਤੁਸੀਂ ਹੈ ਨਾ ਡੇਲੀ ਕ੍ਰਾਈਮਸ ਵਰਗੀ ਜਿਹੜੀ ਵੈਬ ਸੀਰੀਜ਼ ਦੇਖੀਆਂ ਜਾਂ ਤਬੂ ਜੀ ਦੇ ਕੰਮ ਨੂੰ ਦੇਖਿਆ ਹੈ ਨਾ, ਉਹ ਤੌਰ ਤਰੀਕੇ ਜਾਂ ਫਿਰ ਉਹ ਇੱਕ ਲਹਿਜਾ ਆਪਣੇ ਅੰਦਰ ਲੈ ਕੇ ਆਉਣ ਦੇ ਤੁਸੀਂ ਪ੍ਰਿਪੇਅਰ ਤਾਂ ਕਰ ਰਹੇ ਸੀ ਖੁਦ ਨੂੰ, ਬਟ ਜਦੋਂ ਸੈੱਟ 'ਤੇ ਗਏ ਉੱਥੇ ਜਦੋਂ ਡਾਇਲੋਗਸ ਬੋਲਣੇ ਸੀ ਜਾਂ ਪਰਫਾਰਮ ਕਰਨਾ ਸੀ, ਉਹ ਫਸਟ ਟੇਕ ਦੇ ਵਿੱਚ ਹੋ ਜਾਂਦਾ ਸੀ ਜਾਂ ਸਾਵਨ ਨੂੰ ਥੋੜ੍ਹੇ ਟੇਕ ਲੈਣੇ ਪੈਂਦੇ ਸੀਗੇ ਉਸ ਪੂਰੀ ਮਤਲਬ ਉਸ ਟੈਕਸਚਰ 'ਚ ਬੋਲਣ, ਵੌਇਸ ਨੂੰ ਉਸ ਹਿਸਾਬ ਦੇ ਨਾਲ? ਸਰ ਨੇ ਨਾ ਬੜੇ ਵਧੀਆ ਤਰੀਕੇ ਨਾਲ ਸਕੈਜੂਲ ਬਣਾਇਆ ਸੀਗਾ ਸ਼ੂਟ ਦੇ ਵਿੱਚ, ਕਿ ਤਾਂ ਕਿ ਮੈਂ ਪ੍ਰੇਮ ਸਿੱਧੂ ਸਰ ਨੇ ਡਾਇਰੈਕਟ ਕੀਤੀ ਹੈ। ਸੋ ਮੈਂ ਉਹਨਾਂ ਨਾਲ ਵੀ ਪਹਿਲੀ ਵਾਰ ਕੰਮ ਕੀਤਾ ਹੈ, ਅਤੇ ਮੈਨੂੰ ਬਹੁਤ ਬਹੁਤ ਜ਼ਿਆਦਾ ਅੱਛਾ ਲੱਗਿਆ ਉਹਨਾਂ ਨਾਲ ਕੰਮ ਕਰਕੇ। ਮੈਂ ਐਕਸਪਲੇਨ ਨਹੀਂ ਕਰ ਸਕਦੀ ਕਿ ਕਿੰਨਾ ਅੱਛਾ ਲੱਗਿਆ। ਸੋ ਉਹਨਾਂ ਨੇ ਸਕੈਜੂਲ ਹੀ ਇੱਦਾਂ ਦਾ ਬਣਾਇਆ ਸੀਗਾ ਕਿ ਮੈਂ SH ਨੂੰ ਆਪਣੇ ਅੰਦਰ ਹੌਲੀ ਹੌਲੀ ਢਾਲਣਾ ਸ਼ੁਰੂ ਕਰਦਾ। ਨੋ ਡਾਊਟ ਮੈਂ ਹੋਮਵਰਕ ਵੀ ਕਰਕੇ ਆਉਂਦੀ ਸੀ, ਮੈਂ ਆਪਣਾ ਵੀ ਪ੍ਰਿਪੇਅਰ ਹੋ ਕੇ ਆਉਂਦੀ ਸੀ, ਬਟ ਉਹਨਾਂ ਨੇ ਮੈਨੂੰ ਬੜੇ ਕੰਫਰਟ ਜ਼ੋਨ 'ਚ ਰੱਖਿਆ, ਕਿਉਂਕਿ ਇਹ ਬੜਾ ਹੀ ਡਿਫੀਕਲਟ ਕਰੈਕਟਰ ਸੀ ਔਰ ਮੇਰੇ ਉੱਪਰ ਬੜੀ ਵੱਡੀ ਜ਼ਿੰਮੇਵਾਰੀ ਸੀ SHO ਦਾ ਉਹ ਅਥਾਰਟੀ ਨੂੰ ਆਪਣੇ ਅੰਦਰ ਲੈ ਕੇ ਆਉਣਾ। ਔਰ ਤੁਸੀਂ ਨਹੀਂ ਹੋ, ਜਦੋਂ ਮੈਂ ਸੈੱਟ 'ਤੇ ਹਾਂ ਉੱਥੇ ਸਾਵਨ ਨਹੀਂ ਹਾਂ, ਮੈਂ ਉੱਥੇ ਮੈਂ SHO ਹੀ ਹਾਂ, ਉੱਥੇ ਮੈਨੂੰ ਉੱਦਾਂ ਹੀ ਰਹਿਣਾ ਪਏਗਾ, ਤਾਂ ਹੀ ਮੈਂ ਉਸ ਚੀਜ਼ ਨੂੰ ਬੈਲੈਂਸ ਕਰ ਪਾਊਂਗੀ। ਸੋ ਉਸ ਚੀਜ਼ 'ਤੇ ਬੜਾ ਹੀ ਕੰਮ ਕੀਤਾ ਗਿਆ ਆ। ਮੈਂ ਆਪਣੇ ਆਪ 'ਤੇ ਜਦੋਂ ਸੀਨ ਹੁੰਦਾ ਸੀਗਾ, ਸਰ ਆਪਾਂ ਬੜੇ ਡਿਸਕਸ਼ਨਸ ਕਰਦੇ ਸੀਗੇ ਚੀਜ਼ਾਂ ਨੂੰ, ਮਤਲਬ ਕਿ ਇਹਨੂੰ ਆਪਾਂ ਕਿੱਦਾਂ ਕਰ ਸਕਦੇ ਹਾਂ, ਜਾਂ ਬੜਾ ਕੁਛ ਮੈਨੂੰ ਪ੍ਰੇਮ ਸਰ ਤੋਂ ਸਿੱਖਣ ਨੂੰ ਮਿਲਿਆ। ਸੋ ਮੈਨੂੰ ਇਹ ਲੱਗਦਾ ਕਿ ਇੱਕ ਗੁੱਡ, ਹੋਰ ਵੀ ਐਕਟਿੰਗ ਦੇ ਵਿੱਚ ਮੇਰਾ ਗੁੱਡ ਚੇਂਜ ਤੁਹਾਨੂੰ ਇਹਦੇ 'ਚ ਦੇਖਣ ਨੂੰ ਮਿਲੇਗਾ। ਅੱਛਾ, ਮੈਂ ਇੱਕ ਚੀਜ਼ ਸੋਚ ਰਹੀ ਸੀ, ਲਾਈਕ ਇਸ ਫਿਲਮ ਦੇ ਵਿੱਚ ਹੈ ਨਾ ਕੁੜੀਆਂ ਦੀ ਕਹਾਣੀ, ਪੀਜੀ ਦੀ ਕਹਾਣੀ ਹੈ ਨਾ, ਵੈਬ ਸੀਰੀਜ਼ ਦੇ ਵਿੱਚ ਕੁੜੀਆਂ ਦੀ ਕਹਾਣੀ, ਪੀਜੀ ਦੀ ਕਹਾਣੀ ਦੱਸੀ ਹੈ, ਜਾਂ ਜਿਹੜੀ ਪ੍ਰੋਬਲਮਸ ਉਹਨਾਂ ਨੂੰ ਆਉਂਦੀਆਂ ਹੈ ਨਾ, ਕੁੜੀਆਂ ਦੇ ਨਾਲ ਤੁਸੀਂ ਇੱਕ ਜਦੋਂ ਕੁੜੀ ਦੀ ਡੈਡ ਬੋਡੀ ਡਿੱਗਦੀ ਹੈ ਥੱਲੇ, ਤੇ ਕੁੜੀ ਆਉਂਦੀ ਹੈ ਕਹਿੰਦੀ ਆ ਪੇਂਟਿੰਗ ਹੈ ਨਾ ਕਰਕੇ, ਤੁਸੀਂ ਕਹਿੰਦੇ ਉਹਦੀ ਬਣਾ ਪੇਂਟਿੰਗ ਨੇ ਨਾ, ਬਣਾ ਦੇ ਪੇਂਟਿੰਗ। ਸੋ ਮੈਂ ਇਹ ਸੋਚ ਰਹੀ ਸੀ ਉਹ ਕੁੜੀਆਂ ਨਾਲ ਸ਼ੂਟ ਕਰਨਾ, ਕਿਉਂਕਿ ਤੁਹਾਡੀ ਆਪਣੀ ਸਿਸਟਰਸ ਵੀ ਹੈਗੀਆਂ ਹੈ ਨਾ, ਤੁਹਾਡਾ ਉਹਨਾਂ ਦੇ ਨਾਲ ਮੈਂ ਬੌਂਡ ਵੇਖਿਆ ਹੋਇਆ। ਕਦੇ ਤੁਸੀਂ ਐਵੇਂ ਉਹਨਾਂ ਨਾਲ ਹਾਸਾ ਮਜ਼ਾਕ ਚੱਲਦਾ, ਬਟ ਕਦੇ ਵੀ ਉੱਚੀ ਆਵਾਜ਼ 'ਚ ਵੀ ਨਹੀਂ ਗੱਲ ਕੀਤੀ ਹੋਊਗੀ, ਤੇ ਉਧਰ ਇੰਨੇ ਰੂਡ ਹੋ ਕੇ ਗੱਲ ਕਰਨੀ ਆ, ਇਹ ਕਿਵੇਂ? ਐਕਚੁਅਲੀ ਇਹ ਨਾ ਇਹ ਸਵਿਚ ਔਨ ਸਵਿਚ ਆਫ ਹੁੰਦਾ ਹੈ ਨਾ, ਇਹ ਤੁਹਾਡੇ 'ਤੇ, ਇਹ ਐਕਟਰ 'ਤੇ ਹੁੰਦਾ ਕਿ ਉਸ ਚੀਜ਼ ਨਾਲ ਉਹ ਕਿਵੇਂ ਖੇਡਦਾ ਹੈ। ਸੋ ਅਗਰ ਕੋਈ ਇੱਦਾਂ ਦਾ ਵੀ ਸੀਨ ਹੁੰਦਾ ਸੀਗਾ ਕਿ ਜਿਹਦੇ ਵਿੱਚ ਉਹ ਕੁੜੀਆਂ ਆ, ਚਾਹੇ ਉਹ ਬਣਾਏ ਦੀ ਪੇਂਟਿੰਗ ਹੈ ਨਾ, ਕਹਿ ਕੇ ਅਸੀਂ ਸਾਰੇ ਬਾਅਦ ਟੇਕ ਬੰਦ ਹੁੰਦੇ, ਮੈਂ ਹੱਸਣ ਲੱਗ ਜਾਂਦੀ ਸੀ, ਸਾਵਨ ਮੈਮ ਤੁਸੀਂ ਤਾਂ ਲਾਈਕ ਹੈ ਨਾ, ਕਿ ਉਹ ਕਿਵੇਂ ਇਹ ਚੀਜ਼ਾਂ ਹੋ ਜਾਂਦੀਆਂ, ਇਹ ਅਪ ਟੂ ਯੂ, ਤੁਸੀਂ ਉਸ ਚੀਜ਼ 'ਤੇ ਕਿਵੇਂ ਕੰਮ ਕਰਦੇ ਹੋ। ਚਾਹੇ ਉਹ ਸੀਨ ਇੱਦਾਂ ਦਾ ਕਿ ਕੁਛ ਗਾਲਾਂ ਵਾਲਾ ਆ, ਚਾਹੇ ਚਪੇੜ ਵਾਲਾ ਆ ਸੀਨ ਹੈ। ਸੋ ਉਸ ਚੀਜ਼ ਲਈ ਅਸੀਂ ਸਾਰੀ ਟੀਮ ਪਹਿਲਾਂ ਹੀ ਪ੍ਰੀਪੇਅਰਡ ਸੀਗੇ। ਈਵਨ ਜਿਹੜੇ ਕੋ ਐਕਟਰ ਸੀਗੇ, ਮਨਦੀਪ ਭਾਜੀ ਸੀਗੇ, ਉਹ ਵੀ ਬੜੇ, ਉਹਨਾਂ ਨੂੰ ਕਲੀਅਰ ਸੀਗਾ ਕਿ ਕੀ ਸੀਨ ਆ, ਸਾਰੇ ਚੀਜ਼ਾਂ। ਐਂਡ ਹੋਣ ਤੋਂ ਬਾਅਦ ਲਾਈਕ ਜਦੋਂ ਉਹ ਥੱਪੜ ਵਾਲਾ ਸੀਨ ਸੀ ਜਾਂ ਗਾਲਾਂ ਵਾਲਾ, ਐਂਡ ਆਈ ਵਾਜ਼ ਲਾਈਕ ਭਾਜੀ ਸੌਰੀ, ਸੱਚੀ ਮੈਨੂੰ ਮਾਫ਼ ਕਰ ਦਿਓ, ਇਸ ਸੀਨ ਦੀ ਡਿਮਾਂਡ ਸੀਗੀ। ਸੋ ਆਈ ਹੋਪ ਕਿ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋਵੋਗੇ। ਸੋ ਇਹ ਔਨ ਆਫ ਇਹ ਚੱਲਦਾ ਰਹਿੰਦਾ ਸੀਗਾ। ਉਹ ਥੱਪੜ ਇੰਨੀ ਜ਼ੋਰ ਦਾ, ਮਤਲਬ ਸਾਨੂੰ ਸਕਰੀਨ ਤੇ ਲੱਗ ਰਿਹਾ ਬੜੀ ਜ਼ੋਰ ਦਾ ਮਾਰਿਆ, ਉਹ ਬਾਕੀ ਇੰਨੀ ਜ਼ੋਰ ਦੀ ਜੜਿਆ ਤੁਸੀਂ ਥੱਪੜ? ਯਾ ਇਟਸ ਰੀਅਲ, ਕਿਉਂਕਿ ਡਿਮਾਂਡ ਸੀ। ਕਈ ਵਾਰੀ ਅਸੀਂ ਕਵਰ ਅਪ ਕਰ ਦਿੰਦੇ ਹਾਂ, ਕਈ ਵਾਰੀ ਆਪਾਂ ਚੀਟ ਕਰ ਲੈਂਦੇ ਹਾਂ ਸੀਨ ਦੇ ਵਿੱਚ, ਕਿ ਅਸੀਂ ਉਹਨੂੰ ਚੀਟ ਕਰਕੇ, ਕਿਉਂਕਿ ਅਸੀਂ ਇੰਨੀ ਵਾਰੀ ਰੀਟੇਕਸ, ਕਈ ਵਾਰੀ ਇੱਧਰੋਂ ਐਂਗਲ, ਹਰ ਸਾਈਡ ਤੋਂ ਐਂਗਲਸ ਲੈਣੇ ਪੈਂਦੇ ਆ, ਅਲੱਗ-ਅਲੱਗ ਤਰ੍ਹਾਂ ਦੇ ਐਂਗਲਸ ਲੈਣੇ ਪੈਂਦੇ ਆ। ਸੋ ਅਸੀਂ ਉਸ ਅਕੋਰਡਿੰਗ ਪ੍ਰੇਮ ਸਰ ਮਤਲਬ ਡਾਇਰੈਕਸ਼ਨਲ ਟੀਮ ਵੱਲੋਂ ਇਹ ਡਿਮਾਂਡ ਸੀਗੀ ਕਿ ਉਸ ਸੀਨ ਦੇ ਵਿੱਚ ਸੱਚਮੁੱਚ ਤੁਹਾਨੂੰ ਉਹ ਅਗਰੈਸ਼ਨ ਦੇ ਵਿੱਚ ਉਹ ਥੱਪੜ ਮਾਰਨਾ ਹੀ ਪਏਗਾ। ਕਿੰਨੇ ਟੇਕਸ ਵਿੱਚ ਹੋਇਆ? ਇੱਕ ਟੇਕ ਦੇ ਵਿੱਚ ਹੋਇਆ? ਸਿਰਫ ਇੱਕ ਟੇਕ ਦੇ ਵਿੱਚ ਆਪਾਂ ਉਹ ਸੀਨ ਕੀਤਾ ਹੈ। ਐਂਡ ਮੈਂ ਸਰ ਨੂੰ ਕਿਹਾ ਸੀਗਾ ਕਿ ਸਰ ਇੱਕ ਟੇਕ ਹੀ ਕਰਾਂਗੇ, ਜਿਹੜੇ ਵੀ ਐਂਗਲ ਹਾਂ ਸਰ ਇੱਕ ਟੇਕ ਹੀ ਕਰਾਂਗੇ, ਔਰ ਮੈਂ ਆਪਣਾ ਬੈਸਟ ਦੂੰਗੀ। ਅਤੇ ਆਪਾਂ ਇੱਕ ਟੇਕ ਦੇ ਵਿੱਚ ਹੀ ਉਹ ਕਰਤਾ ਸੀ।
ਥੈਂਕ ਗੋਡ ਇੱਕ ਟੇਕ ਦੇ ਵਿੱਚ ਹੋ ਗਿਆ, ਨਹੀਂ ਤੇ ਹੈ ਨਾ ਕਿ ਜਿੰਨੀ ਜ਼ੋਰ ਦੀ ਇਹਨਾਂ ਨੇ ਮਾਰਿਆ ਸੀ ਉਹ ਤਾਂ ਬੁਰਾ ਹਾਲ ਹੋ ਜਾਣਾ ਸੀ ਬੰਦੇ ਦਾ। ਮਾਫੀ ਬੀਇੰਗ ਅ ਐਕਟਰੈਸ ਬੀਇੰਗ ਅ ਕੋ ਐਕਟਰ ਮੈਂ ਉਹਨਾਂ ਦੀ ਉਸ ਚੀਜ਼ ਤੋਂ ਮਾਫੀ ਵੀ ਮੰਗੀ ਕਿ ਇਟਸ ਅ ਪਾਰਟ ਆਫ ਲਾਈਫ। ਸਾਡੀ ਐਕਟਿੰਗ ਲਾਈਫ ਹੀ ਇਦਾਂ ਦੀ ਹੈ ਕਿ ਸਾਨੂੰ ਹਰ ਤਰ੍ਹਾਂ ਦੀ ਸਿਚੁਏਸ਼ਨ ਤੇ ਹਮੇਸ਼ਾ ਤਿਆਰ ਰਹਿਣਾ ਪੈਂਦਾ ਹੈ। ਸੋ ਪੁਲਿਸ ਮਤਲਬ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਇਹਦਾ ਲੱਗਿਆ ਕਿ ਯਾਰ ਰੋਬ ਰੂਪ ਤਾਂ ਆ ਗਿਆ, ਮੈਨੂੰ ਪਤਾ ਹੈ ਨਾ ਕਿੱਦਾਂ ਕਰਨਾ ਹੈ, ਤੇ ਕਿਤੇ ਮੈਂ ਪੁਲਿਸ ਵਾਲੀ ਜੌਬ 'ਚ ਜੇ ਵਾਕਫ ਵੀ ਹੁੰਦੀ ਹੈ ਨਾ ਤੇ ਮੈਂ ਸਾਰੇ ਟਾਂਕੇ ਰੱਖਣੇ ਸੀਗੇ। ਮੈਨੂੰ ਇਹ ਫੀਲ ਤਾਂ ਕਦੇ ਮਤਲਬ ਸੀਰੀਜ਼ ਕਰਨ ਤੋਂ ਬਾਅਦ ਮੈਨੂੰ ਥੋੜਾ ਥੋੜਾ ਫੀਲ ਹੋਣ ਲੱਗ ਗਿਆ ਯਾਰ ਕਿ ਮੈਨੂੰ ਮਜ਼ਾ ਆ ਰਿਹਾ ਮਤਲਬ ਪੁਲਿਸ ਦਾ ਰੋਬ ਹੈ ਨਾ ਉਹ ਮੈਨੂੰ ਚੰਗਾ ਲੱਗ ਰਿਹਾ। ਨਹੀਂ ਨਹੀਂ, ਪਰ ਉਹਨਾਂ ਨੂੰ ਇਹ ਫੀਲ ਹੋਣ ਲੱਗ ਗਿਆ ਸੀ, ਕਹਿੰਦੇ ਤੇਰੇ ਅੰਦਰ ਐਸਐਚਓ ਗੁਰਨਾਜ਼ ਭੁੱਲਰ ਸਾਨੂੰ ਦਿਖਦੀ ਆ ਹਲੇ ਵੀ ਸੋ ਕੌਨਫੀਡੈਂਸ ਆਇਆ ਯੈਸ ਆਫ ਕੋਰਸ ਰੋਬ ਵਾਲਾ। ਸੋ ਬਹੁਤ ਮਿਹਨਤ ਤੁਸੀਂ ਕੀਤੀ ਹੈ, ਜੇ ਮੈਂ ਕਹਾਂ ਫਿਜ਼ੀਕਲੀ ਵੀ ਖੁਦ ਨੂੰ ਹੈ ਨਾ ਉਸ ਹਿਸਾਬ ਦੇ ਨਾਲ ਫਿਟ ਕੀਤਾ ਹੈ। ਔਰ ਮੈਂ ਤੁਹਾਡੇ ਇੰਸਟਾਗ੍ਰਾਮ ਤੇ ਦੇਖ ਰਹੀ ਸੀ ਤੁਹਾਡੇ ਟ੍ਰੇਨਰ ਜੋ ਹੈ ਉਹ ਕਿਵੇਂ ਤੁਹਾਡੇ ਹੈ ਨਾ ਦੂਰ ਚਾਹੇ ਬੈਠੇ ਹੋਏ ਨੇ ਬਟ ਸਟਿਲ ਉਹਨਾਂ ਨੇ ਬਹੁਤ ਮਿਹਨਤ ਕਰਵਾਈ ਹੋਈ ਹੈ। ਸੋ ਕਿ ਮੈਨੂੰ ਇਹ ਲੱਗਦਾ ਕਿ ਤੁਸੀਂ ਸਿਰਫ ਫਿਜ਼ੀਕਲੀ ਫਿਟ ਨਹੀਂ, ਤੁਸੀਂ ਮੈਂਟਲੀ ਫਿਟ ਵੀ, ਤੁਸੀਂ ਅੰਦਰੋਂ ਵੀ ਸਟਰੋਂਗ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਡੀ ਇਮਿਊਨਿਟੀ ਸਟਰੋਂਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤੁਹਾਡੀ ਡਾਈਟ ਸਟਰੋਂਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਤੁਸੀਂ ਚੇਜ਼ਿੰਗ ਕਰਨੀ ਆ, ਤੁਸੀਂ ਜ਼ੋਰ ਵਾਲਾ ਕੰਮ ਕਰਨਾ ਬੀਇੰਗ ਐਸਐਚਓ। ਸੋ ਓਵਰਆਲ ਆਪਣੀ ਹੈਲਥ 'ਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਸੀਗੀ। ਮੈਂ ਬਿਲਕੁਲ ਹੀ ਪਤਲੀ ਹੋ ਜਾਂਦੀ ਤੇ ਉਹ ਐਸਐਚਓ ਮਾਰਦੀ ਚਪੇੜ ਤੇ ਉਹਨਾਂ ਨੇ ਕਹਿਣਾ ਸੀ ਆ ਵਿਚਾਰੀ ਜੀ ਇਹਨੇ ਕੀ ਮਾਰ ਲੋਗੀ ਹੈ। ਸੋ ਬੀਇੰਗ ਦਬੰਗ ਸੋ ਮੈਨੂੰ ਬਣਨਾ ਪੈਣਾ ਸੀਗਾ ਯੈਸ। ਸੋ ਇਹ ਸ਼ਾਹੀ ਮਾਜਰਾ ਤੇ ਮੈਨੂੰ ਲੱਗਦਾ 12th ਨੂੰ ਹੈ ਨਾ 12th ਅਗਸਤ ਨੂੰ ਜਿਹੜਾ ਐਪੀਸੋਡ ਉਹਦੇ ਹੋ ਜਾਣਗੇ ਹੈ ਨਾ ਰਿਲੀਜ਼। ਪਰ ਉਸ ਤੋਂ ਇਲਾਵਾ ਕੀ ਸਾਵਨ ਦਾ ਹੋਰ ਵੀ ਚੀਜ਼ਾਂ ਤੇ ਫੋਕਸ ਹੈ, ਕਿਉਂਕਿ ਇਹ ਤਾਂ ਚੀਜ਼ ਹੁਣ ਆ ਜਾਏਗੀ ਲੋਕਾਂ ਸਾਹਮਣੇ, ਉਸ ਤੋਂ ਇਲਾਵਾ ਹੋਰ ਪ੍ਰੋਜੈਕਟਸ ਕਰ ਰਹੇ ਹੋ? ਜੀ ਬਿਲਕੁਲ, ਮੈਂ ਹੋਰ ਪ੍ਰੋਜੈਕਟਸ ਕਰ ਰਹੀ ਹਾਂ। ਸੋ ਥੋੜ੍ਹੇ ਦਿਨ ਤੱਕ ਮੈਂ ਦੱਸ ਦਾਂਗੀ, ਮੈਂ ਨੈਕਸਟ ਮੰਥ ਵੀ ਪ੍ਰੋਜੈਕਟ ਕਰ ਰਹੀ ਹਾਂ। ਸੋ ਚੌਪਾਲ ਦਾ ਹੀ ਇੱਕ ਪ੍ਰੋਜੈਕਟ ਕਰ ਰਹੀ ਹਾਂ ਮੈਂ। ਸੋ ਅੱਗੇ ਤਿਆਰੀ ਆ ਹੋਰ ਵੀ ਵਧੀਆ ਸਰਪ੍ਰਾਈਜ਼ ਤੁਹਾਡੇ ਸਾਰਿਆਂ ਲਈ ਲੈ ਕੇ ਆਉਣ ਲਈ। ਬਾਕੀ ਸ਼ਾਹੀ ਮਾਜਰਾ ਤੋਂ ਬਹੁਤ ਉਮੀਦ ਆ ਮੈਨੂੰ ਕਿ ਅਗਰ ਸਾਰਿਆਂ ਵੱਲੋਂ ਇੰਨੀ ਤਾਰੀਫ ਮਿਲ ਰਹੀ ਆ, ਕੁਝ ਚੰਗਾ ਪ੍ਰੋਜੈਕਟ ਬਣਾਇਆ ਹੈ ਚੌਪਾਲ ਨੇ, ਸੋ ਉਹ ਮੈਨੂੰ ਲੱਗਦਾ ਸਫਲ ਹੋਣਗੇ। ਸੋ ਸਾਰਿਆਂ ਲਈ ਬਹੁਤ ਚੰਗਾ ਹੋਊਗਾ, ਨਿਕੀਤ ਲਈ ਬਹੁਤ ਅੱਛਾ ਆਉਣ ਵਾਲਾ ਫਿਊਚਰ ਹੋਏਗਾ, ਪ੍ਰੇਮ ਸਰ ਦਾ, ਰਾਜੂ ਸਰ ਤਾਂ ਹੈ ਹੀ, ਉਹ ਵੀ ਹੈ ਨਾ ਚੱਲ ਰਿਹਾ ਉਹਨਾਂ ਦਾ ਬਹੁਤ ਅੱਛਾ। ਸੋ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਗੱਲ ਆ ਕਿ ਅਸੀਂ ਇੰਨੀ ਗੁੱਡ ਸੀਰੀਜ਼ ਦਾ ਪਾਰਟ ਆ। ਸੋ ਲਾਸਟ ਟਾਈਮ ਅਸੀਂ ਜਦੋਂ ਗੱਲ ਕੀਤੀ ਸੀ ਇਸ ਗਾਣੇ ਨੂੰ ਰਿਲੇਟਡ ਹੈ ਨਾ ਗੱਲ ਕੀਤੀ ਸੀਗੀ, ਸੋ ਅੱਗੇ ਇੱਦਾਂ ਦੇ ਪ੍ਰੋਜੈਕਟਸ ਹੈ ਕਿਉਂਕਿ ਉਸ ਤੋਂ ਬਾਅਦ ਤੁਸੀਂ ਆਯੁਸ਼ਮਾਨ ਖੁਰਾਨਾ ਦੇ ਨਾਲ ਤੁਹਾਡੀ ਫਿਲਮ ਆਈ ਸੀ ਚੰਡੀਗੜ੍ਹ ਘਰੇ ਆਸ਼ਿਕੀ। ਬਾਲੀਵੁੱਡ ਦੇ ਵਿੱਚ ਕੋਈ ਹੈ ਹੋਰ ਚਾਂਸ ਅੱਗੇ ਕਰ ਰਹੇ ਹੋ ਉੱਥੇ ਕੰਮ, ਜਾਂ ਗਾਣਿਆਂ ਦੇ ਵਿੱਚ, ਜਾਂ ਸਿਰਫ ਫਿਲਮ ਵਾਲੀਆਂ ਵੈਬ ਸੀਰੀਜ਼ ਵਾਲੀ ਧਿਆਨ? ਨਹੀਂ, ਵੈਬ ਸੀਰੀਜ਼ ਤਾਂ ਮੈਂ ਪਹਿਲਾਂ ਵੀ ਚਾਹੁੰਦੀ ਸੀਗੀ ਕਿ ਮੈਂ ਵੈਬ ਸੀਰੀਜ਼ ਕਰਨੀ ਹੀ ਕਰਨੀ ਆ, ਕਿਉਂਕਿ ਮੈਨੂੰ ਸਿਰਫ ਫਿਲਮਾਂ ਨਹੀਂ ਕਰਨੀਆਂ, ਮੈਨੂੰ ਵੈਬ ਸੀਰੀਜ਼ ਡਾਰਕ ਸਿਨੇਮਾ ਵੀ ਕਰਨਾ ਹੈ। ਕਿਉਂਕਿ ਦੇਖੋ ਮੈਂ ਐਕਟਰ ਹਾਂ, ਮੈਂ ਐਕਟਰੈਸ ਹਾਂ, ਠੀਕ ਹੈ, ਮੈਂ ਕਲਾਕਾਰ ਹਾਂ। ਸੋ ਕਲਾਕਾਰ ਨੂੰ ਇਸ ਚੀਜ਼ ਦੀ ਭੁੱਖ ਹੁੰਦੀ ਹੈ ਕਿ ਮੈਂ ਵੱਖਰੇ ਕਰੈਕਟਰ ਕਰਨੇ ਆ। ਸੋ ਮੈਨੂੰ ਉਸ ਚੀਜ਼ ਦੀ ਭੁੱਖ ਹੈ ਔਰ ਉਹ ਸਾਰੀ ਉਮਰ ਹੀ ਰਹੇਗੀ। ਮੇਰੀ ਲਾਈਫ ਜਿਹੜੀ ਉਹ ਸਮਰਪਿਤ ਆ ਥੀਏਟਰ ਨੂੰ ਲੈ ਕੇ, ਐਕਟਿੰਗ ਨੂੰ ਲੈ ਕੇ। ਸੋ ਇਸ ਲਈ ਮੈਂ ਐਕਸਪੈਰੀਮੈਂਟ ਆਪਣੇ ਆਪ ਨਾਲ ਕਰਦੀ ਹੀ ਰਹਿਣਾ ਹੈ ਸਾਰੀ ਲਾਈਫ ਟਾਈਮ। ਸੋ ਜਾਂਦੇ ਜਾਂਦੇ ਇਹ ਜ਼ਰੂਰ ਪੁੱਛਣਾ ਚਾਹੂੰਗੀ, ਜਦੋਂ ਤੁਸੀਂ ਆਪਣਾ ਕਰੀਅਰ ਸਟਾਰਟ ਕੀਤਾ ਓਬਵੀਅਸਲੀ ਉਸ ਤੋਂ ਬਾਅਦ ਇੱਕ ਫਿਲਮ ਤੋਂ ਬਾਅਦ ਹੋਏਗਾ ਕਿ ਯਾਰ ਅਗਲਾ ਕਰੈਕਟਰ ਕਦੋਂ ਮਿਲੇਗਾ, ਤੇ ਅਗਲਾ ਜਦੋਂ ਕਰੈਕਟਰ ਮਿਲਿਆ ਫਿਰ ਤੁਹਾਡਾ ਇਹ ਧਿਆਨ ਉਸ ਤੋਂ ਬਾਅਦ ਪੈਣ ਲੱਗਿਆ ਹੁਣ ਕੰਮ ਤਾਂ ਆ ਰਿਹਾ ਹੈ ਬਟ ਮੈਂ ਚੂਜ਼ ਕਰਨਾ ਹੈ ਕਿ ਮੈਂ ਕਿੱਦਾਂ ਦਾ ਕੰਮ ਕਰਨਾ ਹੈ। ਸੋ ਹੁਣ ਚੂਜ਼ੀ ਹੋ, ਪਿਕੀ ਹੋ ਕਿ ਹਾਂ ਮੈਂ ਕਰਨਾ ਹੈ? ਹਾਂਜੀ, ਮੈਂ ਬਿਲਕੁਲ ਚੂਜ਼ੀ ਹੈਗੀ ਹਾਂ, ਪਿਕੀ ਹੈਗੀ ਹਾਂ, ਕਿਉਂਕਿ ਜਦੋਂ ਤੁਹਾਡਾ ਕੋਈ ਕੰਮ ਲੋਕਾਂ ਨੂੰ ਪਸੰਦ ਆਉਣ ਲੱਗ ਜਾਂਦਾ ਹੈ, ਤੁਸੀਂ ਲੋਕਾਂ ਨੂੰ ਨਾ ਤੁਹਾਡੇ ਤੋਂ ਇੱਕ ਉਮੀਦਾਂ ਬਣ ਜਾਂਦੀਆਂ ਕਿ ਯਾਰ ਇਹ ਕਰੈਕਟਰ, ਇਹ ਐਕਟਰ ਦੀ ਆਪਾਂ ਸੀਰੀਜ਼ ਜਾਂ ਫਿਲਮ ਦੇਖਾਂਗੇ ਤੇ ਇਹਨੇ ਕੁਝ ਵੱਖਰਾ ਕੀਤਾ। ਉਹ ਬਣਾ ਲੈਂਦੇ, ਆਪਣੇ ਮਾਈਂਡ ਸੈਟਅਪ ਕਰ ਲੈਂਦੇ ਆ, ਉਹ ਡਿਵਾਈਡ ਕਰ ਦਿੰਦੇ ਨੇ ਕੈਟਾਗਰੀਜ਼ 'ਚ ਐਕਟਰਸ ਨੂੰ। ਸੋ ਮੇਰਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਆਡੀਅנס ਨੂੰ ਮੈਂ ਹਮੇਸ਼ਾ ਸਰਪ੍ਰਾਈਜ਼ਡ ਹੀ ਕਰਾਂ, ਹੈ ਨਾ, ਕਿ ਉਹ ਇਹ ਚੀਜ਼ ਨਾ ਸੋਚਣ ਕਿ ਇਹ ਤਾਂ ਸੌਫਟ ਹੀ ਕਰ ਸਕਦੀ ਹੈ, ਇਹ ਤਾਂ ਸਿਰਫ ਨੋਰਮਲੀ ਜਾਂ ਕੋਈ ਵੀ ਇੱਕ ਕਰੈਕਟਰ, ਮੇਰੇ ਤੇ ਇੱਕ ਕਰੈਕਟਰ ਦੀ ਛਵੀ ਨਹੀਂ ਛਪਣੀ ਚਾਹੀਦੀ, ਮੈਂ ਰੇਨਬੋ ਬਣਨਾ ਹੈ। ਹੋਪ ਕਿ ਤੁਸੀਂ ਰੇਨਬੋ, ਵੈਸੇ ਥੋੜੇ ਕਲਰਸ ਆ ਰਹੇ ਨੇ ਹੈ ਨਾ, ਅੱਗੇ ਹੋਰ ਆ ਟਾਈਮ ਦੇ ਵਿੱਚ ਜਿਹੜੇ ਕਲਰਸ ਆਉਣ। ਔਰ ਇਹੀ ਕਹਾਂਗੇ ਸਾਵਨ ਕਿ ਸ਼ਾਹੀ ਮਾਜਰਾ ਨੂੰ ਬਹੁਤ ਲੋਕੀ ਪਿਆਰ ਦੇਣ ਔਰ ਆਉਣ ਵਾਲੇ ਸਾਰੇ ਤੁਹਾਡੇ ਪ੍ਰੋਜੈਕਟਸ ਨੂੰ ਬਹੁਤ ਪਿਆਰ ਦੇਣ। ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਦੇ ਲਈ। ਕੁਝ ਕਹਿਣਾ ਚਾਹੋਗੇ ਵਿਊਅਰਸ ਨੂੰ? ਮੈਂ ਇਹੀ ਕਹਿਣਾ ਚਾਹੂੰਗੀ ਸਾਰਿਆਂ ਨੂੰ ਕਿ ਤੁਸੀਂ ਮੇਰੇ ਸਾਰੇ ਪ੍ਰੋਜੈਕਟਸ ਨੂੰ ਬੜਾ ਹੀ ਪਿਆਰ ਦਿੰਦੇ ਹੋ, ਔਰ ਜਿਹੜੇ ਮੈਨੂੰ ਚਾਹਣ ਵਾਲੇ ਨੇ ਉਹਨਾਂ ਨੇ ਵੀ ਮੇਰੀ ਵੈਬ ਸੀਰੀਜ਼ ਦਾ ਬਹੁਤ ਵੇਟ ਕੀਤਾ ਸ਼ਾਹੀ ਮਾਜਰਾ ਦਾ। ਸੋ ਫਾਈਨਲੀ 12 ਤਰੀਕ ਨੂੰ 12 ਅਗਸਤ ਨੂੰ ਚੌਪਾਲ ਐਪ 'ਤੇ ਆ ਜਾਣੀ ਆ। ਜੇ ਸਬਸਕ੍ਰਿਪਸ਼ਨ ਨਹੀਂ ਲਈ
ਲਈ ਤੇ ਲੈ ਲਓ ਤੇ ਘਰ ਬੈਠ ਕੇ 11 ਵਜੇ ਸਵੇਰੇ ਪੂਰੀ ਸੀਰੀਜ਼ ਦੇਖੋ ਆਰਾਮ ਨਾਲ ਤੇ ਮੈਸੇਜ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਜੇ ਕੋਈ ਮੇਰੇ ਕੋਲੇ ਗਲਤੀ ਹੋ ਗਈ ਹੋਊਗੀ ਸੀਰੀਜ਼ ਦੇ ਵਿੱਚ ਜੇ ਤੁਹਾਨੂੰ ਲੱਗਿਆ ਕਿ ਨਿਰਾਸ਼ ਹੋਵੋ ਮੇਰੇ ਤੋਂ ਤੇ ਪਲੀਜ਼ ਤੁਸੀਂ ਉਹ ਦੱਸਣਾ ਜ਼ਰੂਰ ਮੈਂ ਕੋਸ਼ਿਸ਼ ਕਰੂੰਗੀ ਕਿ ਨੈਕਸਟ ਕੁਝ ਵੀ ਅੱਗੇ ਕਰਾਂ ਸੋ ਮੈਂ ਖਰੀ ਉਤਰਾਂ ਥੈਂਕ ਯੂ ਸੋ ਮਚ ਐਂਡ ਅਸੀਂ ਇਹੀ ਕਵਾਂਗੇ ਸਾਵਨ ਕਿਉਂਕਿ ਬਹੁਤ ਵਾਰ ਇਦਾਂ ਹੁੰਦਾ ਹੈ ਲੋਕ ਜੁੜ ਜਾਂਦੇ ਆ ਵੈਬ ਸੀਰੀਜ਼ ਦੇ ਨਾਲ ਹੈ ਨਾ ਐਪੀਸੋਡ ਟੂ ਐਪੀਸੋਡ ਸੋ ਇਹੀ ਵਿਸ਼ ਕਰਦੇ ਹਾਂ ਕਿ ਤੁਹਾਡਾ ਕੰਮ ਇੰਨਾ ਤੁਸੀਂ ਮਿਹਨਤ ਕੀਤੀ ਹੈ ਉਹ ਦੇਖੇ ਵੀ ਔਰ ਲੋਕੀ ਉਸਨੂੰ ਐਪਰੀਸ਼ੀਏਟ ਵੀ ਕਰਨ ਥੈਂਕ ਯੂ ਸੋ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਸੋ ਇਹ ਸਨ ਸਾਡਾ ਸਾਵਨ ਰੂਪੋਵਾਲੀ ਔਰ ਅਗਲੀ ਵਾਰ ਮਿਲਦੇ ਹਾਂ ਉਦ ਤੱਕ ਤੁਸੀਂ ਜੁੜੇ ਰਹੋ ਬਾਲੀਵੁੱਡ ਤੜਕਾ ਪੰਜਾਬੀ ਤੇ ਜਗਬਾਨੀ ਟੀਵੀ ਨਾਲ ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।